ਤੁਹਾਡੀ ਮਰਜ਼ੀ ਨਾਲ ਜੇ ਇਜਾਜ਼ਤ ਹੋਵੇ ਤਾਂ ਮੈਂ ਸ਼ੁਰੂ ਕਰਦਾ। ਅੱਜ ਪੰਜਾਬ ਕੈਬਨਿਟ ਦੀ ਅੱਜ ਇੱਕ ਮੀਟਿੰਗ ਮੁਨੱਕਦ ਕੀਤੀ ਗਈ ਔਰ ਕਿਉਂਕਿ 24 ਤਾਰੀਖ ਤੋਂ ਪੰਜਾਬ ਵਿਧਾਨ ਸਭਾ ਦਾ ਇਜਲਾਸ ਜਿਹੜਾ ਉਹ ਸੱਦਿਆ ਜਾ ਰਿਹਾ ਔਰ ਇਜਲਾਸ ਦੇ ਵਿੱਚ ਕੁਝ ਐਸੇ ਲੈਜਿਸਲੇਸ਼ਨ ਜਾਂ ਨਵੇਂ ਕਾਨੂੰਨ ਜਿਹੜੇ ਆ ਉਹ ਪੰਜਾਬ 'ਚ ਲਿਆਂਦੇ ਜਾ ਰਹੇ ਆ। ਤਾਂ ਅੱਜ ਦੀ ਜਿਹੜੀ ਮੀਟਿੰਗ ਦਾ ਜਿਹੜਾ ਮਕਸਦ ਸੀਗਾ ਉਹ ਇਹ ਸੀਗਾ ਕਿ ਜਿਹੜੇ ਨਵੇਂ ਬਿੱਲ ਜਾਂ ਜਿਨ੍ਹਾਂ ਨੂੰ ਹੁਣ ਫਿਰ ਉਹ ਐਕਟ ਦੇ ਵਿੱਚ ਤਬਦੀਲ ਹੋ ਜਾਣਗੇ ਤਾਂ ਉਹਨਾਂ ਨੂੰ ਕੈਬਨਿਟ ਦੀ ਮਨਜ਼ੂਰੀ ਜਿਹੜੀ ਹੈ ਉਹ ਦੇਣੀ ਬੜੀ ਜ਼ਰੂਰੀ ਸੀ। ਮੈਂ ਤੁਹਾਡੇ ਸੁਣਨ ਵਾਲਿਆਂ ਨੂੰ ਵੀ ਦੱਸਦਾ ਜਾਵਾਂ ਕਿ ਕਈ ਵਾਰੀ ਕੋਈ ਮੌਕੇ 'ਤੇ ਕਾਨੂੰਨ ਬਣਾਉਣਾ ਪੈਂਦਾ ਤਾਂ ਗੌਰਮੈਂਟ ਦਾ ਇਖਤਿਆਰ ਹੁੰਦਾ ਹੈ, ਗੌਰਮੈਂਟ ਦੀ ਇੱਕ ਹੈਸੀਅਤ ਹੁੰਦੀ ਹੈ ਕਿ ਉਹ ਆਰਡੀਨੈਂਸ ਜਾਰੀ ਕਰ ਸਕਦੇ ਔਰ ਆਰਡੀਨੈਂਸ ਦੀ ਜਿਹੜੀ ਮਿਆਦ ਹੁੰਦੀ ਹੈ ਉਹ ਸਿਰਫ 6 ਮਹੀਨੇ ਹੁੰਦੀ ਹੈ। 6 ਮਹੀਨਿਆਂ ਤੋਂ ਬਾਅਦ ਜਾਂ ਤਾਂ ਆਰਡੀਨੈਂਸ ਖਤਮ ਹੋ ਜਾਂਦਾ ਜਾਂ ਉਹਨੂੰ ਬਿੱਲ ਜਾਂ ਐਕਟ ਦੀ ਸ਼ਕਲ ਦਿੱਤੀ ਜਾਂਦੀ ਹੈ। ਸੋ ਅੱਜ ਦੀ ਜਿਹੜੀ ਮੰਤਰੀ ਮੰਡਲ ਦੀ ਮੀਟਿੰਗ ਹੋਈ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇੱਕ ਜਿਹੜਾ ਇੰਡੀਅਨ ਪੀਨਲ ਕੋਡ ਹੈ ਜਿਹਦੇ ਵਿੱਚ ਕ੍ਰਿਮੀਨਲ ਪ੍ਰੋਸੀਜਰ ਐਕਟ ਵਗੈਰਾ ਉਹਦੇ ਵਿੱਚ ਕੁਝ ਤਬਦੀਲੀਆਂ ਜਿਹੜੀ ਪੰਜਾਬ ਅਮੈਂਡਮੈਂਟ ਅਸੀਂ ਪੰਜਾਬ ਦੇ ਵਿੱਚ ਉਹਦੇ 'ਚ ਅਮੈਂਡਮੈਂਟ ਕਰ ਰਹੇ ਔਰ ਉਹਦੇ 'ਚ ਜੇ ਕੋਈ ਕਿਸੇ ਧਾਰਮਿਕ ਕਿਤਾਬ ਦੀ ਕਿਸੇ ਧਾਰਮਿਕ ਕਿਸੇ ਚੀਜ਼ ਦੀ ਬੇਹੁਰਮਤੀ ਹੁੰਦੀ ਹੈ ਜਾਂ ਬੇਅਦਬੀ ਹੁੰਦੀ ਹੈ ਤਾਂ ਉਹਦੇ 'ਚ ਇੱਕ ਅਸੀਂ ਨਵੀਂ ਅਮੈਂਡਮੈਂਟ ਲੈ ਕੇ ਆ ਰਹੇ ਕਿ ਉਹਦੀ ਸਜ਼ਾ ਜਿਹੜੀ ਇਸ ਵੇਲੇ 2 ਸਾਲ ਹੈ ਤਾਂ ਇਹਨੂੰ 2 ਸਾਲ ਤੋਂ ਵਧਾ ਕੇ ਇਹਨੂੰ 10 ਸਾਲ ਕਰਨ ਦੀ ਤਜਵੀਜ਼ ਹੈ। ਔਰ ਦੂਸਰਾ ਇਹ 295 ਏ ਹੈ ਜੀ ਜਿਹੜੀ ਧਾਰਾ ਪਰ ਇਹਦੇ 'ਚ ਨਵਾਂ ਇੱਕ ਸੈਕਸ਼ਨ 295 ਏ ਲੈ ਕੇ ਆ ਰਹੇ ਹੈ ਜਿਹਦੇ ਵਿੱਚ ਕਿ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ, ਗੀਤਾ, ਕੁਰਾਨ ਮਜੀਦ ਜਾਂ ਜਿਹੜੀਆਂ ਧਾਰਮਿਕ ਕਿਤਾਬਾਂ ਹੈ ਜਿਨ੍ਹਾਂ ਨਾਲ ਲੋਕਾਂ ਦੀ ਜਿਨ੍ਹਾਂ ਦਾ ਅਕੀਦਾ ਜਾਂ ਆਸਥਾ ਜੁੜੀ ਹੋਈ ਹੈ ਜੇ ਉਹਦੀ ਕੋਈ ਬੇਅਦਬੀ ਕਰਦਾ ਹੈ ਤਾਂ ਉਹਦੀ ਜਿਹੜੀ ਸਜ਼ਾ ਹੈ ਇਹ 2 ਸਾਲ ਤੋਂ ਵਧਾ ਕੇ ਉਮਰ ਕੈਦ ਦੀ ਜਿਹੜੀ ਹੈ ਇਹ ਪੰਜਾਬ ਔਰ ਇਸ ਅਸੈਂਬਲੀ ਦੇ ਵਿੱਚ ਇਹ ਬਿੱਲ ਜਿਹੜਾ ਹੈ ਇਹ ਪੰਜਾਬ ਪਾਸ ਕਰਨ ਲੱਗਿਆ। ਇਸ ਦੇ ਨਾਲ ਇੱਕ ਨਵਾਂ ਜਿਹੜਾ ਪੰਜਾਬ ਮਿਊਨਿਸਪਲ ਇਨਫਰਾਸਟ੍ਰਕਚਰ ਫੰਡ ਇੱਕ ਤਿਆਰ ਕੀਤਾ ਗਿਆ ਸੀ ਔਰ ਉਸ ਪੰਜਾਬ ਮਿਊਨਿਸਪਲ ਇਨਫਰਾਸਟ੍ਰਕਚਰ ਫੰਡ ਦੀ ਜਿਹੜੀ ਮਿਆਦ ਸੀ ਉਹ 2021 ਦੇ ਵਿੱਚ ਖਤਮ ਹੋ ਰਹੀ ਸੀ ਔਰ ਅੱਜ ਦੀ ਜਿਹੜੀ ਕੈਬਨਿਟ ਨੇ ਇਹ ਨਵਾਂ ਬਿੱਲ ਜਾਂ ਲੈਜਿਸਲੇਸ਼ਨ ਲੈ ਕੇ ਆ ਰਹੇ ਹੈ ਕਿ ਇਹਦੀ ਮਿਆਦ ਜਿਹੜੀ ਹੈ 2037-38 ਤੱਕ ਚਲੀ ਜਾਏਗੀ ਔਰ ਇਹਦੀ ਵਜ੍ਹਾ ਇਹਨੂੰ 2021 ਤੋਂ 37-38 'ਚ ਲਿਜਾਣ ਦੀ ਇਹੀ ਹੈ ਕਿ ਪੰਜਾਬ ਦੇ ਬਹੁਤ ਸਾਰੇ ਜਿਹੜੇ ਪੀਣ ਵਾਲੇ ਪਾਣੀ ਤੇ ਸੂਏਜ ਦੇ ਜਿਹੜੇ ਕੰਮ ਚੱਲ ਰਹੇ ਹੈ ਉਹਦੇ ਪ੍ਰਤੀ ਸਰਕਾਰ ਨੂੰ ਨਵੇਂ ਲੋਨ ਜਿਹੜੇ ਲੈਣੇ ਪੈਣੇ ਔਰ ਲੋਨਾਂ ਦੀ ਜਿਹੜੀ ਅਦਾਇਗੀ ਹੋਏਗੀ ਉਹ 37-38 ਤੱਕ ਜਾਏਗੀ। ਇਸ ਕਰਕੇ ਇਹ ਲਾਜ਼ਮੀ ਸੀ ਕਿ ਜੇ ਅਸੀਂ ਕੰਮ ਮਿਊਨਿਸਪਲ ਇਨਫਰਾਸਟ੍ਰਕਚਰ ਫੰਡ ਦੇ ਤਹਿਤ ਕਰਾਉਣੇ ਹੈ ਤਾਂ ਇਹਦੀ ਜਿਹੜੀ ਬੁਨਿਆਦ ਹੈ ਇਸ ਬਿੱਲ ਦੀ 21 ਤੋਂ 37 ਤੱਕ ਲੈ ਕੇ ਜਾਣੀ ਹੈ। ਔਰ ਜਿਸ ਤਰ੍ਹਾਂ ਮੈਂ ਕਿਹਾ ਕਿ ਇਹ ਆਰਡੀਨੈਂਸ ਤਾਂ ਆਲਰੇਡੀ ਜਾਰੀ ਹੋ ਚੁੱਕੇ ਹੈ। ਇੱਕ ਆਰਡੀਨੈਂਸ ਜਿਹੜਾ ਕਿ ਕੈਬਨਿਟ ਦੀ ਪਹਿਲਾਂ ਅਪਰੂਵਲ ਉਹਨਾਂ ਨੂੰ ਮਿਲ ਚੁੱਕੀ ਸੀ ਕਿ ਸਰਕਾਰੀ ਨੌਕਰੀਆਂ ਦੇ ਵਿੱਚ ਗਰੁੱਪ ਏ ਤੇ ਗਰੁੱਪ ਬੀ ਦੀ ਜਿਹੜੀ ਰਿਜ਼ਰਵੇਸ਼ਨ ਹੈ ਐਸਸੀਜ਼ ਵਾਸਤੇ ਉਹ 14% ਰਿਸਟੋਰ ਕਰ ਦਿੱਤੀ ਗਈ ਹੈ ਔਰ ਸੀ ਤੇ ਡੀ ਦੇ ਵਿੱਚ 20% ਰਿਸਟੋਰ ਕਰ ਦਿੱਤੀ ਗਈ ਹੈ ਔਰ ਇਹ ਹੁਣ ਬਿੱਲ ਦੀ ਸ਼ਕਲ ਦੇ ਵਿੱਚ ਵਿਧਾਨ ਸਭਾ 'ਚ ਇਸ ਜਿਹੜਾ ਆਉਣ ਵਾਲਾ ਮੌਨਸੂਨ ਸੈਸ਼ਨ ਹੈ ਇਹਦੇ 'ਚ ਪਾਸ ਕਰਾਉਣ ਦੀ ਤਜਵੀਜ਼ ਹੈ। ਉਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਇੱਕ ਨਵਾਂ ਬਿੱਲ ਲੈ ਕੇ ਆ ਰਹੇ ਹਾਂ ਕਿ ਇੱਕ ਨਵੀਂ ਸੰਸਥਾ ਬਣਾਉਣ ਜਾ ਰਹੇ ਹਾਂ ਜਿਹੜੀ ਕਿ ਪੰਜਾਬ ਸਟੇਟ ਹਾਇਰ ਐਜੂਕੇਸ਼ਨ ਕਾਊਂਸਲ ਜਿਹੜੀ ਇਹ ਸਥਾਪਿਤ ਹੋਣ ਜਾ ਰਹੀ ਹੈ ਔਰ ਇਹਦਾ ਮਕਸਦ ਇਹ ਹੋਏਗਾ ਕਿ ਇਸ ਵੇਲੇ ਹਾਇਰ ਐਜੂਕੇਸ਼ਨ ਨੂੰ ਰੈਗੂਲੇਟ ਕਰਨ ਵਾਸਤੇ ਕੋਈ ਰੈਗੂਲੇਟਰੀ ਬਾਡੀ ਹੈ ਨਹੀਂ ਸੀ। ਇਹਦੇ ਲਈ ਪੰਜਾਬ ਦੇ ਵਿੱਚ ਕੋਈ ਪਲਾਨ ਤੇ ਕੋਆਰਡੀਨੇਟਡ ਡਿਵੈਲਪਮੈਂਟ ਹੋ ਸਕੇ ਹਾਇਰ ਐਜੂਕੇਸ਼ਨ ਦੀ ਔਰ ਮਕਸਦ ਇਹ ਹੈ ਕਿ ਫੈਕਲਟੀਜ਼ ਕਿਸ ਕਿਸਮ ਦੀਆਂ ਹੋਣੀਆਂ ਚਾਹੀਦੀਆਂ ਫੈਸਿਲਿਟੀਜ਼ ਕਿਸ ਕਿਸਮ ਦੀਆਂ ਹੋਣੀਆਂ ਚਾਹੀਦੀਆਂ ਇਹ ਨਾ ਹੋਵੇ ਕੋਈ ਸੜਕ ਤੇ ਦੁਕਾਨ ਖੋਲ੍ਹ ਲਈ
ਤੇ ਉਹ ਵੀ ਹਾਇਰ ਐਜੂਕੇਸ਼ਨ ਦੇ ਰਿਹਾ। ਸੋ ਇਹ ਸਾਰੀ ਚੀਜ਼ ਨੂੰ, ਔਰ ਇਹ ਪੰਜਾਬ ਦੀ ਕਾਂਗਰਸ ਦੇ ਮੈਨੀਫੈਸਟੋ ਦਾ ਵੀ ਹਿੱਸਾ ਸੀਗਾ। ਸੋ ਇਹ ਪੰਜਾਬ ਸਟੇਟ ਹਾਇਰ ਐਜੂਕੇਸ਼ਨ ਕਾਉਂਸਲ ਜਿਹੜੀ ਹੈ, ਇਹ ਪੰਜਾਬ ਦੇ ਵਿੱਚ ਇਹ ਅਸੀਂ ਇਸਟੈਬਲਿਸ਼ ਕਰਨ ਦਾ ਇਹ ਸਰਕਾਰ ਦਾ ਫੈਸਲਾ। ਇਸੇ ਤਰ੍ਹਾਂ ਹੀ ਸੈਲਰੀਜ਼ ਐਂਡ ਅਲਾਊਂਸਿਸ ਆਫ ਲੀਡਰ ਆਫ ਆਪੋਜੀਸ਼ਨ, ਜਿਹੜੀ ਲੀਡਰ ਆਫ ਆਪੋਜੀਸ਼ਨ ਪੰਜਾਬ ਦੇ ਹੁੰਦੇ ਆ, ਉਹਨਾਂ ਦੀ ਕੀ ਸੈਲਰੀ ਹੋਣੀ ਚਾਹੀਦੀ ਹੈ, ਉਹਨਾਂ ਦੇ ਅਲਾਊਂਸਿਸ ਕੀ ਹੋਣੇ ਚਾਹੀਦੇ ਆ, ਉਹਨਾਂ ਦਾ ਰੈਂਕ ਜਿਹੜਾ, ਕਿਉਂਕਿ ਉਹ ਕੈਬਨਿਟ ਮਿਨਿਸਟਰ ਦੇ ਐਟ ਪਾਰ ਹੁੰਦਾ, ਔਰ ਉਹਦੇ ਵਿੱਚ ਲੀਡਰ ਆਫ ਆਪੋਜੀਸ਼ਨ ਕਿਸ ਕਿਸਮ ਦੀ ਗੱਡੀ ਇਸਤੇਮਾਲ ਕਰੇਗਾ, ਉਹਨੂੰ ਕਿੰਨਾ ਤੇਲ ਮਿਲੇਗਾ, ਉਹ ਸਾਰਾ ਜਿਹੜਾ ਹੈ ਉਹਦਾ ਜਿਹੜਾ ਸਾਰਾ ਮਜਮੂਆ ਹੈਗਾ ਇੱਕ ਕਿਸਮ ਦਾ, ਉਹ ਕਰੇਗਾ ਕਿ, ਔਰ ਫੈਸਲਾ ਇਹ ਹੋਇਆ ਕਿ ਜੋ ਕੈਬਨਿਟ ਮਿਨਿਸਟਰ ਨੂੰ ਫੈਸਿਲਿਟੀਜ਼ ਮਿਲ ਰਹੀਆਂ ਤਾਂ ਲੀਡਰ ਆਫ ਆਪੋਜੀਸ਼ਨ ਨੂੰ ਵੀ ਉਹੀ ਫੈਸਿਲਿਟੀਜ਼ ਮਿਲਣੀਆਂ ਚਾਹੀਦੀਆਂ। ਇੱਕ ਇਹ ਵੀ ਪਾਸ ਕੀਤਾ, ਔਰ ਇਸ ਦੇ ਨਾਲ ਨਾਲ ਇੱਕ ਰੂਰਲ ਡਿਵੈਲਪਮੈਂਟ ਡਿਪਾਰਟਮੈਂਟ ਤੋਂ ਵੈਟਰਨਰੀ ਡਿਪਾਰਟਮੈਂਟ ਦੇ ਵਿੱਚ ਕੋਈ ਤਕਰੀਬਨ 582 ਮੁਲਾਜ਼ਮ ਸਨ ਜਿਹੜੇ ਕਿ ਤਬਦੀਲ ਹੋਏ ਸਨ। ਪਹਿਲਾਂ ਇਹ ਕੁਛ ਵੈਟਰਨਰੀ ਜਿਹੜੇ ਪਸ਼ੂ ਪਾਲਣ ਦੀਆਂ ਸੇਵਾਵਾਂ ਹੈ, ਇਹ ਰੂਰਲ ਡਿਵੈਲਪਮੈਂਟ ਡਿਪਾਰਟਮੈਂਟ ਵੀ ਦਿਆ ਕਰਦਾ ਸੀ, ਔਰ ਕੁਝ ਸਾਲ ਪਹਿਲਾਂ ਇਹਨਾਂ ਨੂੰ ਵੈਟਰਨਰੀ ਪਸ਼ੂ ਪਾਲਣ ਮਹਿਕਮੇ 'ਚ ਤਬਦੀਲ ਕਰ ਦਿੱਤਾ ਗਿਆ ਸੀ। ਤਕਰੀਬਨ 582 ਮੁਲਾਜ਼ਮ ਸੀਗੇ, ਔਰ ਇਹਨਾਂ ਦੀ ਔਰ ਕਿਉਂਕਿ ਅਜੇ ਤੱਕ ਵੀ ਇਹ ਇੱਕ ਕਿਸਮ ਦੇ ਠੇਕੇ 'ਤੇ ਹੈ, ਤਾਂ ਇਹਨਾਂ ਦੀ ਬੁਨਿਆਦ ਜਿਹੜੀ ਹੈ 1 ਸਾਲ ਵਾਸਤੇ ਹੋਰ ਵਧਾ ਦਿੱਤੀ ਗਈ ਹੈ। ਸੋ ਤਕਰੀਬਨ ਅੱਜ ਦਾ ਜਿਹੜਾ ਕੈਬਨਿਟ ਦਾ ਏਜੰਡਾ ਸੀ ਉਹ ਬਹੁਤ ਛੋਟਾ ਸੀ, ਔਰ ਵੀਰਵਾਰ ਨੂੰ ਇੱਕ ਹੋਰ ਕੈਬਨਿਟ ਦੀ ਮੀਟਿੰਗ ਹੋਏਗੀ ਕਿ ਜਿਹੜੇ ਬਕਾਇਆ ਜਿਹੜੇ ਬਿੱਲ ਹੈ, ਬਕਾਇਆ ਜਿਹੜੇ ਲੈਜਿਸਲੇਸ਼ਨ ਜਿਹੜੀਆਂ ਰਹਿੰਦੀਆਂ, ਜਿਹੜੀਆਂ ਕਿ ਕਈ ਕਿਸੇ ਸਟੇਜ 'ਤੇ ਪਾਈਪਲਾਈਨ 'ਚ ਹੈਗੀਆਂ, ਸ਼ਾਇਦ LR ਕੋਲੇ ਹੁੰਦੀਆਂ, ਕਈ ਮਹਿਕਮਿਆਂ ਵੀ ਕੁਝ ਦੇਰ ਕਰ ਦਿੱਤੀ ਗਈ ਹੈ। ਸੋ ਅਸੀਂ ਸਮਝਦੇ ਹਾਂ ਕਿ ਜਿਹੜਾ ਵਿਧਾਨ ਸਭਾ ਦਾ ਸਾਰਾ ਏਜੰਡਾ ਹੈ, ਇਹ ਵੀਰਵਾਰ ਤਾਈਂ ਸਾਰਾ ਮੁਕੰਮਲ ਕਰ ਲਿਆ ਜਾਏਗਾ। ਥੈਂਕ ਯੂ ਸਰ। ਕੁੱਲ ਕਿੰਨੇ ਬਿੱਲ ਜਿਹੜੇ ਸੀ ਕੀਤੇ ਗਏ ਨੇ ਅੱਜ ਤਕਰੀਬਨ ਸਾਹਿਬ ਕੋਈ 7 ਹੋ ਗਏ ਸਰ ਮੇਰੇ ਕੋਲ। ਮਤਲਬ ਕਿ ਜਿਹੜਾ ਇਹ ਤੁਸੀਂ 295 ਇਹ ਲੈ ਕੇ ਆਏ ਹੈ ਜੀ, ਬਿੱਲ ਲੈ ਕੇ ਆਏ, ਇਹ ਜਦੋਂ ਪਿਛਲੀ ਸਰਕਾਰ ਸੀਗੀ ਉਦੋਂ ਉਹਨਾਂ ਨੇ ਵੀ ਇਹ ਬਿੱਲ ਪਾਸ ਕੀਤਾ ਸੀਗਾ ਵੀ ਲੈ ਕੇ, ਪਰ ਕੈਂਟਰ ਜਿਹੜੇ ਹੈਗੇ ਉਹਦੇ ਵੱਲੋਂ ਉਹਨੂੰ ਮਨਜ਼ੂਰੀ ਜੀ, ਇਹ ਬੜਾ ਅੱਛਾ ਸਵਾਲ ਤੁਸੀਂ ਕੀਤਾ। ਪਿਛਲੀ ਵਾਰੀ ਵੀ ਉਹਨਾਂ ਨੇ ਲਾਈਫ ਇੰਪ੍ਰਿਜ਼ਨਮੈਂਟ ਦਾ ਭੇਜਿਆ ਸੀ ਤੇ ਗਵਰਨਮੈਂਟ ਆਫ ਇੰਡੀਆ ਨੇ ਉਸ ਵੇਲੇ ਇਹਨੂੰ ਮਨਜ਼ੂਰੀ ਨਹੀਂ ਦਿੱਤੀ ਸੀ, ਔਰ ਖਾਸ ਕਰਕੇ AG ਨੇ, ਔਰ ਉਹਦੀ ਵਜ੍ਹਾ ਸੀ ਕਿ ਉਸ ਵੇਲੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਾਂ ਬੇਹੁਰਮਤੀ ਇਹਦੇ ਵਿੱਚ ਪਾ ਕੇ ਭੇਜੀ ਸੀ। ਸੋ ਇਸ ਵਾਰ ਅਸੀਂ ਤਮਾਮ ਜਿੰਨੇ ਵੀ ਧਾਰਮਿਕ ਫਿਰਕੇ ਹੈ ਸਾਰਿਆਂ ਨੂੰ ਇਹਨਾਂ 'ਚ ਇਨਕਲੂਡ ਕੀਤਾ, ਔਰ ਸਾਨੂੰ ਇਸ ਗੱਲ ਦੀ ਉਮੀਦ ਹੈ ਕਿਉਂਕਿ ਜਦੋਂ ਸਾਰੇ ਜਿੰਨੇ ਵੀ ਧਰਮ ਹੈ ਜੇ ਉਹਨਾਂ ਨੂੰ ਇਹਨਾਂ ਵਿੱਚ ਇਨਕਲੂਡ ਕਰ ਦਿੱਤਾ ਜਾਵੇ ਤਾਂ ਸਾਨੂੰ ਆਸ ਹੈ ਕਿ ਇਸ ਵਾਰੀ ਉਹ ਪਾਸ ਹੋ ਜਾਏਗਾ। ਸੋ ਪਿਛਲੀ ਵਾਰੀ ਜ਼ਿਕਰ ਹੋਇਆ ਸੀ ਕੈਬਨਿਟ ਸਬ ਕਮੇਟੀ ਬਣਨੀ ਸੀ ਵਜੀਦ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਉੱਤੇ, ਉਹਦੇ 'ਤੇ ਕੋਈ ਚਰਚਾ ਹੋਈ ਜੀ? ਉਹਦੀ ਰਿਪੋਰਟ ਜਿਹੜੀ ਹੈ ਉਹ ਫਾਈਨਲ ਹੋ ਚੁੱਕੀ ਹੈ ਪਿਛਲੀ ਕੈਬਨਿਟ 'ਚ, ਔਰ ਉਹ ਵਿਧਾਨ ਸਭਾ 'ਚ ਪੇਸ਼ ਕੀਤੀ ਜਾਏਗੀ। ਔਰ ਲੀਕੇਜ ਨੂੰ ਲੈ ਕੇ ਜੀ ਵੀ ਰਿਪੋਰਟਸ ਲੀਕੇਜ ਜਿਹੜੀ ਰਿਪੋਰਟ ਲਈ ਸਬ ਕਮੇਟੀ ਬਣਾਈ ਜਾਏ। ਸਬ ਕਮੇਟੀ ਉਹ ਅੱਜ ਤਾਂ ਉਹਦੇ 'ਤੇ ਨਹੀਂ, ਉਹ CM ਸਾਹਿਬ ਨੂੰ ਇਖਤਿਆਰਾਤ ਦਿੱਤੇ ਗਏ ਅੱਛਾ ਜੀ, ਕਿ ਤੁਸੀਂ ਉਹਦੀ ਸਬ ਕਮੇਟੀ ਤੁਸੀਂ ਬਣਵਾ ਦਿਓ। ਪਿਛਲੀ ਮੀਟਿੰਗ 'ਚ ਪਿਛਲੀ ਮੀਟਿੰਗ 'ਚ ਹੋਇਆ ਸੀ। ਨਹੀਂ ਜੀ, ਪਰ ਉਹ ਤਾਂ ਫਿਰ ਹੁਣ CM ਸਾਹਿਬ ਨੂੰ ਇਖਤਿਆਰ ਹੈ, ਉਹ ਕਿੰਨਾ ਨੂੰ ਸਬ ਕਮੇਟੀ ਦਾ ਮੈਂਬਰ ਬਣਾਉਂਦੇ ਆ, ਔਰ ਮੈਨੂੰ ਲੱਗਦਾ ਅੱਜ ਸਵੇਰ ਤੱਕ ਉਹ ਸ਼ਾਇਦ ਬਣ ਜਾਣੀ ਚਾਹੀਦੀ ਜੀ। ਮਤਲਬ ਜੀ ਕਿ ਤੁਸੀਂ ਪੰਜਾਬ ਸਟੇਟ ਹਾਇਰ ਐਜੂਕੇਸ਼ਨ ਜਿਹੜੀ ਅਥਾਰਟੀ ਕਰ, ਇਹਦੇ ਵਿੱਚ ਜਿਹੜੇ ਮਤਲਬ ਡਿਗਰੀ ਕਾਲਜ ਜਾਂ ਟੈਕਨੀਕਲ ਕਾਲਜ ਸਾਰੇ ਦੇ ਸਾਰੇ ਆਣਗੇ ਸਰ। ਕਿੱਦਾਂ ਦਾ ਬੋਡੀ ਬਣਾਉਣੀ, ਕਿੱਦਾਂ ਦਾ ਹੋਵੇਗਾ ਜਿਹੜਾ ਇੱਕ ਰੈਗੂਲੇਟਰੀ ਬੋਡੀ ਬਣਾਉਣੀ ਸਰ? ਇਹ ਰੈਗੂਲੇਟਰ ਬੋਰਡ ਇਹ ਇਸੇ ਦਾ ਨਾਂ ਹੀ ਪੰਜਾਬ ਸਟੇਟ ਹਾਇਰ ਐਜੂਕੇਸ਼ਨ ਅਥਾਰਟੀ। ਸਾਰੇ ਦਾ ਰੂਪ ਕਿੱਦਾਂ ਦਾ ਹੋਵੇਗਾ ਜੀ? ਆਪਾਂ ਬੈਕਫੁੱਟ ਤੇ ਕਿਉਂ ਆਏ ਸਰ? ਕਿਸ ਗੱਲ ਤੇ? ਰੈਗੂਲੇਟਰੀ ਕਮਿਸ਼ਨ ਬਣਾਉਣਾ ਸੀ ਇਹ, ਉਹਨਾਂ ਕੋ ਕੌਂਸਲ ਜਾਏਗੀ ਸਰ? ਇਹਦਾ ਨਾਂ ਹੀ ਮਤਲਬ ਤੁਹਾਨੂੰ ਨਾਂ ਤੇ ਤਾਂ ਕੋਈ ਇਤਰਾਜ਼ ਨਹੀਂ ਹੈ, ਮਤਲਬ ਕੰਮ ਉਹੀ ਹੋਏਗਾ ਜੀ। ਸਟਰਕਚਰ ਕਮਿਸ਼ਨਾਂ ਦੇ ਇਹ ਤਾਂ ਅੰਗਰੇਜ਼ੀ ਦੇ ਲਫ਼ਜ਼ ਹੈ ਜੀ, ਅਥਾਰਟੀ, ਕਾਉਂਸਲ, ਜੋ ਵੀ ਇਹਨੂੰ ਕਹਿ ਲਓ, ਪਰ ਇੱਕ ਕੰਮ ਇਹ ਕਰੇਗਾ ਕਿ ਪੰਜਾਬ ਦੇ ਵਿੱਚ ਜਿੰਨੀ ਵੀ ਹਾਇਰ ਐਜੂਕੇਸ਼ਨ ਹੈ ਇਹਦੀ ਇੱਕ ਕੋਆਰਡੀਨੇਸ਼ਨ ਤੇ ਪਲੈਨਿੰਗ ਹੋ ਸਕੇ, ਪਲਾਨ ਤਰੀਕੇ ਨਾਲ ਚੱਲ ਸਕੇ, ਔਰ ਜਿਸ ਤਰ੍ਹਾਂ ਅਸੀਂ ਸਮਝਦੇ ਹਾਂ ਕਿ ਇੱਕ ਕਿਸਮ ਦਾ ਹਾਇਰ ਐਜੂਕੇਸ਼ਨ ਦੇ ਵਿੱਚ ਇੱਕ ਬੇਤਦਾਦ ਕਾਲਜ ਤੇ ਇੰਸਟੀਟਿਊਟਸ ਜਾਂ ਅਕੈਡਮੀਜ਼ ਖੁੱਲ੍ਹ ਚੁੱਕੀਆਂ
ਜਿਹੜੇ ਕਿ ਜਿਨ੍ਹਾਂ ਦਾ ਕੋਈ ਸਟੈਂਡਰਡਾਈਜੇਸ਼ਨ ਨਹੀਂ ਹੈਗੀ। ਸਟੈਂਡਰਡਾਈਜੇਸ਼ਨ ਇਹ ਹੋਣੀ ਚਾਹੀਦੀ, ਇਹ ਨਾ ਹੋਵੇ ਕਿ ਜਿਵੇਂ ਇੱਕ ਨਸਲ ਜਿਹੜੀ ਹੈ ਸਾਡੀ ਨਸਲ ਹੀ ਟੱਪ ਜੇ ਔਰ ਜਿਹੜੇ ਸਰਟੀਫਿਕੇਟ ਹੁੰਦੇ ਆ ਸਰਟੀਫਿਕੇਟ ਤਾਂ ਉਹਦੀ ਕੋਈ ਕੀਮਤ ਹੀ ਨਹੀਂ। ਸੋ ਕੋਈ ਨਾ ਕੋਈ ਐਸਾ ਇਦਾਰਾ ਜ਼ਰੂਰ ਹੋਣਾ ਚਾਹੀਦਾ ਜਿਹੜਾ ਕਿ ਇਹਨਾਂ ਨੂੰ ਚੈੱਕ ਕਰ ਸਕੇ ਸਰ ਐਕਚੁਅਲੀ ਕਿਸ ਕਿਸਮ ਦੀਆਂ ਫੀਸਾਂ ਲੈਣੀਆਂ ਸਰ ਪ੍ਰਾਈਵੇਟ ਯੂਨੀਵਰਸਿਟੀ ਟੋਟਲ ਆਉਂਦੀਆਂ ਇਹਦੇ ਵਿੱਚ ਸਭ ਸਾਰੇ ਹੋਣਗੇ। ਸਰ ਇੱਕ ਕਨਫਿਊਜ਼ਨ ਇਹ ਹੈ ਕਿ ਇੱਕ ਸਬ ਕਮੇਟੀ ਬਣੀ ਸੀ ਜਿਹਨੇ ਇੱਕ ਰਿਪੋਰਟ ਦਿੱਤੀ ਸੀ ਰੈਗੂਲੇਟਰੀ ਬੋਡੀ ਬਣਾਈ ਜਾਵੇ। ਸਾਡਾ ਸਵਾਲ ਹੈ ਵੀ ਉਹ ਰੈਗੂਲੇਟਰੀ ਬੋਡੀ ਵਾਲਾ ਇਸ਼ੂ ਹੁਣ ਇਹਦੇ 'ਚ ਕਨਵਰਟ ਹੋ ਗਿਆ ਜੀ? ਸਭ ਇਸ ਵਿੱਚ ਇਹਦੇ 'ਚ ਕਨਵਰਟ ਹੋ ਗਿਆ, ਸਿਰਫ ਜਿਹਨੂੰ ਨੋਮੈਨਕਲੇਚਰ ਦਾ ਜਿਹਨੂੰ ਆਪਾਂ ਕਹਿ ਦਿੰਦੇ ਨੇ ਹਾਂ, ਬਟ ਉਹਦਾ ਕੰਮ ਇਹੀ ਹੋਏਗਾ ਕਿ ਪੰਜਾਬ ਦੇ ਵਿੱਚ ਐਜੂਕੇਸ਼ਨ ਦਾ ਮਿਆਰ ਜਿਹੜਾ ਹੈ ਇਹ ਸਟੈਂਡਰਡ ਹੋਣਾ ਚਾਹੀਦਾ ਔਰ ਇੱਕ ਸਟੈਂਡਰਡ ਤੋਂ ਥੱਲੇ ਨਹੀਂ ਜਾ ਸਕੇ। ਸਿੱਧੂ ਸਰ ਸਾਹਿਬ ਇਹਦਾ ਦੇ ਜੱਫੀ ਤੇ ਰੂਪ ਕੋਈ ਕਿਆ ਹੋਵੇਗਾ ਚਰਚਾ ਜੀ ਇਹਦੇ ਨਹੀਂ, ਅੱਜ ਕਿਸੇ ਨੇ ਕੋਈ ਨਹੀਂ। ਵਧਾਈ ਦਿੱਤੀ ਹੋਵੇ ਉਹਨਾਂ ਨੂੰ? ਸਰ 295 ਇਹ ਤਾਂ ਹੈਗਾ ਕਿ ਰਿਲੀਜੀਅਸ ਕੋਈ ਸੈਂਟੀਮੈਂਟਸ ਰਿਲੀਜੀਅਸ ਜਗ੍ਹਾ ਤੇ ਕੋਈ ਛੇੜਛਾੜ ਕਰਦਾ ਹੈ ਤਾਂ ਉਹ 2 ਤੋਂ 10 ਸਾਲ ਹੈ, ਕਿਉਂਕਿ ਇਸ ਵੇਲੇ IPC 'ਚ ਉਹਦੀ ਸਜ਼ਾ ਸਿਰਫ 2 ਸਾਲ ਸੀਗੀ। ਬੇਸਿਕਲੀ ਆਈਡੀਆ ਇਹ ਹੈ ਕਿ ਜੇ ਸਜ਼ਾ ਜਿਹੜੀ ਹੈ ਇਨਸਾਨ ਨੂੰ ਫਿਰ ਕੋਈ ਇਸ ਕਿਸਮ ਦਾ ਕੰਮ ਜਦੋਂ ਕਰਦਾ ਹੈ ਤਾਂ 2 ਵਾਰ ਸੋਚਣਾ ਪਏਗਾ ਕਿ ਯਾਰ ਇਹਦੇ 'ਚ ਤਾਂ ਉਮਰ ਕੈਦ ਹੋ ਜਾਏਗੀ, ਆਪਾਂ ਇਸ ਤੇ ਕਿਸੇ ਦੇ ਧਰਮ ਨੂੰ ਕਿਉਂ ਛੇੜੋ ਜੀ। ਤਾਂ ਇਹ ਡਰ ਜਿਹੜਾ ਹੈ ਇਹ ਜ਼ਰੂਰੀ ਸੀ। ਉਮਰ ਜੀ ਜਿਹੜੇ ਬਰਗਾੜੀ ਕਾਂਡ ਦੇ ਜਿਹੜੇ ਦੋਸ਼ੀ ਹੈਗੇ ਜਿਹੜੇ ਹੁਣ ਆ ਰਹੇ ਕੋਰਟ ਚ ਇਹਨਾਂ ਦਾ ਨਾਮ ਜਿਹੜਾ ਨਵਾਂ ਬਿੱਲ ਲਿਆ ਰਹੇ ਆ ਉਹਦੇ ਮੁਤਾਬਕ ਉਹਨਾਂ ਨੂੰ ਡੀਲ ਕੀਤਾ ਜਾਏਗਾ। ਸਭ ਜੀ ਤਾਂ ਇਹ ਬਿੱਲ ਇਹ ਜ਼ਾਹਿਰ ਹੈ ਕਿ ਜਦੋਂ ਉਹਨਾਂ ਦਾ ਟਰਾਇਲ ਹੋਏਗਾ ਔਰ ਇਹ ਬਿੱਲ ਜਦੋਂ ਪਾਸ ਹੋ ਗਿਆ ਤਾਂ ਇਸ ਕਾਨੂੰਨ ਦੇ ਤਹਿਤ ਉਹਨਾਂ ਨੂੰ ਸਜ਼ਾ ਮਿਲੇਗੀ। ਡਬਲ ਹੈ। ਥੈਂਕ ਯੂ ਵੈਰੀ ਮਚ। ਹਿੰਮਤ ਸਿੰਘ ਮੁਕਰਗੇ ਆਪਣੇ ਜਿਹੜੇ ਵੀ ਉਹਨਾਂ ਨੇ ਰਿਪੋਰਟ ਤੁਸੀਂ ਵਿਧਾਨ ਸਭਾ ਦੇ ਸਭ ਮੈਨੂੰ ਇਸ ਕੇਸ ਦਾ ਡੂੰਘਾਈ ਤੱਕ ਪਤਾ ਨਹੀਂ ਹੈ। ਮੈਂ ਤਾਂ ਅੱਜ ਤੁਹਾਨੂੰ ਕੈਬਨਿਟ ਦੀ ਜਿਹੜੀ ਕੋਈ ਅੱਜ ਹੋਇਆ ਹੈ ਮੈਂ ਉਹਦੀ ਡੀਬਰੀਫਿੰਗ ਕਰਨ ਵਾਸਤੇ ਆਇਆ। ਬੜੀ ਮਿਹਰਬਾਨੀ ਜੀ ਸਾਰੀ ਪ੍ਰੈਸ ਦੀ, ਥੈਂਕ ਯੂ ਵੈਰੀ ਮਚ। ਹਾਂਜੀ ਜੰਮੂ ਸਾਹਿਬ ਨਮਸਕਾਰ ਜੀ, ਇੱਧਰ ਆਓ ਜੀ। ਰਾਮ ਕਹੀਂ ਆਰਾਮ ਦਾ ਨਾਂ ਲਵਾਂਗੇ। ਇੱਕ ਰਾਮ ਰਹੀ ਮੰਦਰ ਵੀ ਹੈ। ਸੱਚ ਯਾਰ ਤੁਸੀਂ ਇੰਨੀ ਪ੍ਰੈਸ ਬੈਠੇ ਹੋ ਯਾਰ, ਇਹ ਬੰਦ ਕਰਿਓ ਕੈਮਰੇ ਪਲੀਜ਼।